Okay, so students, I welcome you again to this session of fluid mechanics. So this is the in continuation with the first lecture. ਅਸੀਂ ਡਿਸਕਸ ਕਰ ਰਹੇ ਸੀਗੇ ਪ੍ਰੀਵੀਅਸ ਲੈਕਚਰ ਦੇ ਵਿੱਚ ਡਿਫਰੈਂਸ ਬਿਟਵੀਨ ਦੀ ਸੋਲਿਡ ਐਂਡ ਦੀ ਫਲੂਇਡਸ। ਸੋਲਿਡ ਜਿਹੜੇ ਨੇ ਉਹਨਾਂ ਦੀ ਜਿਹੜੀ ਮੋਲੀਕੂਲਰ ਜਿਹੜੀ ਅਟਰੈਕਸ਼ਨ ਆ ਉਹ ਜ਼ਿਆਦਾ ਹੁੰਦੀ ਆ ਐਸ ਕੰਪੇਅਰ ਟੂ ਫਲੂਇਡਸ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਫਲੂਇਡਸ ਆ ਉਹ ਟੈਂਜੈਂਸ਼ੀਅਲ ਸਟ੍ਰੈਸ ਨੂੰ ਨਹੀਂ ਚੱਲ ਸਕਦੇ, ਬਟ ਜਿਹੜੇ ਸੋਲਿਡਸ ਆ ਉਹ ਟੈਂਜੈਂਸ਼ੀਅਲ ਸਟ੍ਰੈਸ ਨੂੰ ਚੱਲ ਸਕਦੇ ਨੇ। ਜਿਵੇਂ ਕਿ ਆਪਾਂ ਡਿਸਕਸ ਕੀਤਾ ਸੀਗਾ ਪਿਛਲੇ ਲੈਕਚਰ ਦੇ ਵਿੱਚ ਕਿ ਜਿਹੜੇ ਮੇਰੇ ਸੋਲਿਡ ਆਬਜੈਕਟਸ ਨੇ ਉਹ ਸ਼ੇਅਰ ਸਟ੍ਰੈਸ ਨੂੰ ਕੁਝ ਕੁ ਟਾਈਮ ਤੱਕ ਉਹ ਚੱਲ ਸਕਦੇ ਨੇ, ਕੁਝ ਕੁ ਟਾਈਮ ਤੱਕ ਜਦੋਂ ਤੱਕ ਵਿਦਿਨ ਇਲਾਸਟਿਕ ਲਿਮਿਟ ਆ ਉਹ ਉਸ ਚੀਜ਼ ਨੂੰ ਸਹਿ ਸਕਦੇ ਨੇ। ਬਟ ਜਿਹੜੇ ਫਲੂਇਡਸ ਆ ਦੇ ਕੀਪ ਔਨ ਡਿਫਾਰਮਿੰਗ, ਉਹ ਹਮੇਸ਼ਾ ਡਿਫਾਰਮ ਹੁੰਦੇ ਰਹਿੰਦੇ ਨੇ। ਠੀਕ ਹੈ ਜੀ, ਤੁਸੀਂ ਦੇਖ ਸਕਦੇ ਹੋ ਦੈਟ ਜਿਹੜੇ ਮੇਰੇ ਸੋਲਿਡਸ ਆ ਦੇ ਕੈਨ ਅੰਡਰਗੋ ਡੈਫੀਨਿਟ ਡਿਫਾਰਮੇਸ਼ਨ, ਬਟ ਇਫ ਦੀ ਅਲਫਾ ਇਜ਼ ਦੀ ਡਿਫਾਰਮੇਸ਼ਨ ਟੂ ਸ਼ੇਅਰ ਸਟ੍ਰੈਸ ਅਪ ਟੂ ਸਮ ਲਿਮਿਟਿੰਗ ਕੰਡੀਸ਼ਨਸ, ਉਹ ਜਿਹੜੀ ਲਿਮਿਟਿੰਗ ਕੰਡੀਸ਼ਨ ਆ ਉਹਨੂੰ ਆਪਾਂ ਕਹਿੰਦੇ ਆ ਇਲਾਸਟਿਕ ਲਿਮਿਟ। ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਦੈਟ ਜਿਹੜੀ ਡਿਫਾਰਮੇਸ਼ਨ ਹੋਈ ਆ, ਜਿਹੜੀ ਸ਼ੇਪ ਚੇਂਜ ਹੋਈ ਆ ਉਹ ਅਲਫਾ ਐਂਗਲ ਤੇ ਹੋਈ ਆ। ਉਹ ਇਨੀਸ਼ੀਅਲੀ ਜਿਹੜਾ ਐਂਗਲ ਸੀਗਾ ਉਹ 90 ਡਿਗਰੀ ਸੀਗਾ, ਉਸ ਤੋਂ ਬਾਅਦ ਉਹ ਜਿਹੜੀ ਡਿਫਾਰਮੇਸ਼ਨ ਹੋਈ ਆ ਉਹ ਚੇਂਜ ਹੋ ਗਿਆ ਤੁਹਾਡਾ ਐਂਗਲ ਟੂ ਅ ਅਲਫਾ ਐਂਗਲ। ਹੋ ਸਕਦਾ ਕਿ ਜਦੋਂ ਤੁਸੀਂ ਲੋਡ ਨੂੰ ਰਿਮੂਵ ਕਰੋਗੇ, ਹੋ ਸਕਦਾ ਕਿ ਜਿਹੜੀ ਤੁਹਾਡੀ ਜਿਹੜਾ ਤੁਹਾਡੀ ਓਰੀਜਨਲ ਪੋਜੀਸ਼ਨ ਆ ਉਹ ਤੁਹਾਡੀ ਰੀਗੇਨ ਹੋ ਜੇ, ਬਟ ਸੋਲਿਡਸ ਵਿੱਚ ਹੋ ਸਕਦੀ ਆ ਤੇ ਨਹੀਂ ਵੀ ਹੋ ਸਕਦੀ। ਬਟ ਫਲੂਇਡਸ ਦੇ ਵਿੱਚ ਉਹ ਕਦੀ ਵੀ ਆਪਣੀ ਓਰੀਜਨਲ ਜਿਹੜੀ ਸ਼ੇਪ ਆ ਉਹ ਰੀਗੇਨ ਨਹੀਂ ਕਰ ਪਾਉਂਦਾ। ਸੋ ਅ ਫਲੂਇਡ ਕੈਨ ਨੈਵਰ ਰੀਗੇਨ ਇਟਸ ਓਰੀਜਨਲ ਸ਼ੇਪ ਵਨਸ ਇਟ ਹੈਜ਼ ਬੀਨ ਡਿਸਟੋਰਟਡ ਬਾਈ ਦੀ ਸ਼ੇਅਰ ਸਟ੍ਰੈਸ। ਠੀਕ ਆ ਜੀ, so this is all about difference in between the solids and fluid। ਇਸ ਤੋਂ ਪਹਿਲਾਂ ਕਿ ਸਟੂਡੈਂਟਸ ਆਪਾਂ ਡਿਸਕਸ ਕਰੀਏ ਕਿ what are the different types of fluids, ਤੁਹਾਨੂੰ ਇੱਕ ਚੀਜ਼ ਪਤਾ ਹੋਣੀ ਚਾਹੀਦੀ ਆ ਕਿ ਵਿਸਕੋਸਿਟੀ ਕੀ ਚੀਜ਼ ਆ। what is viscosity? ਪਹਿਲੀ ਗੱਲ, ਵਿਸਕੋਸਿਟੀ ਇੱਕ ਇਹੋ ਜਿਹੀ ਫਲੂਇਡਿਕ ਪ੍ਰੋਪਰਟੀ ਆ ਜਿਹੜੀ ਉਦੋਂ ਹੋਂਦ ਵਿੱਚ ਆਉਂਦੀ ਆ ਜਦੋਂ ਤੁਹਾਡਾ ਜਿਹੜਾ ਲਿਕੁਇਡ ਆ ਉਹ ਮੋਸ਼ਨ 'ਚ ਹੋਵੇ। ਸੋ ਵਿਸਕੋਸਿਟੀ ਇਜ਼ ਅ ਫਿਨੋਮੀਨਾ which is in effect when the fluid is in motion। ਜਦੋਂ ਫਲੂਇਡ ਮੇਰਾ ਮੋਸ਼ਨ ਦੇ ਵਿੱਚ ਹੋਵੇ ਵਿਸਕੋਸਿਟੀ ਉਦੋਂ ਹੀ ਹੁੰਦੀ ਆ। ਦੂਸਰੀ ਗੱਲ, ਜਦੋਂ ਵੀ ਮੇਰਾ ਫਲੂਇਡ ਇੱਕ ਥਾਂ ਤੇ ਖਲੋਤਾ ਹੋਊਗਾ, ਸਟੈਟਿਕ ਹੋਊਗਾ, ਆਪਣੀ ਜਗ੍ਹਾ ਤੋਂ ਨਹੀਂ ਹਿਲ ਰਿਹਾ, ਫਲੋ ਨਹੀਂ ਕਰ ਰਿਹਾ, ਇਟ ਮੀਨਸ ਕਿ ਜਿਹੜੀ ਮੇਰੀ ਵਿਸਕੋਸਿਟੀ ਆ ਉਹ ਮੇਰਾ ਪਾਰਟ ਪਲੇ ਨਹੀਂ ਕਰੂਗੀ। ਠੀਕ ਆ ਜੀ, ਵਿਸਕੋਸਿਟੀ ਪਹਿਲੀ ਗੱਲ ਹੁੰਦਾ ਕੀ ਆ, ਤੁਸੀਂ ਇਹ ਡਾਇਗਰਾਮ ਵੱਲ ਧਿਆਨ ਦਿਓ। ਤੁਸੀਂ ਦੇਖ ਸਕਦੇ ਹੋ ਕਿ ਮੇਰੇ ਕੋਲ ਇੱਕ ਸਿੰਪਲ ਫਲੋ ਆ ਜਿਹਨੂੰ ਆਪਾਂ ਵਨ ਡਾਇਮੈਂਸ਼ਨਲ ਫਲੋ ਕਹਿੰਦੇ ਆ। ਵਨ ਡਾਇਮੈਂਸ਼ਨਲ ਫਲੋ ਮੀਨਸ ਕਿ ਫਲੋ ਹੋ ਰਿਹਾ ਬਟ ਇੱਕੋ ਡਾਇਰੈਕਸ਼ਨ ਦੇ ਵਿੱਚ ਹੋ ਰਿਹਾ, ਉਹ ਕਿ ਉਹ ਇਹ ਨਹੀਂ ਆ ਕਿ ਐਕਸ ਵਾਲੇ ਪਾਸੇ ਵੀ ਹੋ ਰਿਹਾ, ਵਾਈ ਵਾਲੇ ਪਾਸੇ ਵੀ ਹੋ ਰਿਹਾ, ਜ਼ੈਡ ਵਾਲੇ ਪਾਸੇ ਵੀ ਹੋ ਰਿਹਾ। ਜਿਹੜਾ ਫਲੋ ਆ ਮੇਰਾ ਇਟ ਇਜ਼ ਓਨਲੀ ਇਨ ਵਨ ਡਾਇਰੈਕਸ਼ਨ। ਉਹ ਕਿਹੜੀ ਡਾਇਰੈਕਸ਼ਨ ਆ ਮੇਰੀ? ਐਕਸ ਪਾਸੇ ਲਾ ਲਓ। ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੇਰਾ ਫਲੂਇਡ ਆ ਉਹ ਮੂਵ ਕਰਦਾ ਹਮੇਸ਼ਾ ਲੇਅਰ ਦੇ ਵਿੱਚ। ਸਟੂਡੈਂਟਸ ਇੱਕ ਇਹ ਬੜੀ ਇੰਪੋਰਟੈਂਟ ਤੁਸੀਂ ਗੱਲ ਨੋਟ ਕਰਨੀ ਆ ਕਿ ਜਿਹੜਾ ਮੇਰਾ ਫਲੂਇਡ ਆ ਇਟ ਆਲਵੇਜ਼ ਮੂਵਸ ਇਨ ਲੇਅਰਸ। ਉਹ ਹਮੇਸ਼ਾ ਲੇਅਰ ਦੇ ਵਿੱਚ ਮੂਵ ਕਰਦਾ, ਉਹ ਕਦੀ ਵੀ ਕੀ ਕਹਿੰਦੇ ਆ ਵਿਦਆਊਟ ਲੇਅਰ ਕਦੀ ਵੀ ਮੂਵ ਨਹੀਂ ਕਰੂਗਾ। ਤੁਸੀਂ ਤਹਿਾਂ ਜਿਹਨੂੰ ਕਹਿ ਦਿੰਦੇ ਆਪਾਂ, ਰਾਈਟ। ਹੁਣ ਹੁੰਦਾ ਕੀ ਆ ਕਿ ਜਿਹੜੀ ਲੇਅਰ ਆ, ਜੇ ਵਨ ਡਾਇਮੈਂਸ਼ਨਲ ਫਲੋ ਦੀ ਪ੍ਰੋਪਰਟੀ ਆ ਬॉयਜ਼, ਕਿ ਇੱਥੇ ਆਪਾਂ ਡਾਇਗਰਾਮ 'ਚ ਲੈ ਕੇ ਜਾ ਰਹੇ ਆ ਕਿ ਜਿਵੇਂ ਜਿਵੇਂ ਆਪਾਂ ਉੱਪਰ ਨੂੰ ਜਾ ਰਹੇ ਆ ਜਿਹੜੀ ਮੇਰੀ ਵੈਲੋਸਿਟੀ ਆ ਉਹ ਮੇਰੀ ਇੰਕਰੀਜ਼ ਹੁੰਦੀ ਜਾ ਰਹੀ ਆ। ਜਿਹੜੀ ਵੈਲੋਸਿਟੀ ਆ ਇਟ ਕੀਪਸ ਔਨ ਇੰਕਰੀਜ਼ਿੰਗ। ਨਾਓ ਹੁਣ ਤੁਸੀਂ ਦੇਖੋਗੇ ਆਪਾਂ ਦੋ ਲੇਅਰਸ ਦੀ ਗੱਲ ਕਰਦੇ ਆ। ਇੱਕ ਆਪਾਂ ਲੇਅਰ ਦੀ ਗੱਲ ਕਰਦੇ ਆ ਇਹ ਵਾਲੀ, ਇੱਕ ਲੇਅਰ ਦੀ ਗੱਲ ਕਰਦੇ ਆ ਆਪਾਂ ਇਹ ਵਾਲੀ। ਹੁਣ ਹੁੰਦਾ ਕੀ ਆ ਬॉयਜ਼ ਕਿ ਆਪਾਂ ਇਹ ਲੈ ਕੇ ਚੱਲ ਰਹੇ ਆ ਕਿ ਜਿਵੇਂ ਜਿਵੇਂ ਆਪਾਂ ਉੱਪਰ ਨੂੰ ਵੱਧ ਰਹੇ ਆ ਮੇਰੀ ਵੈਲੋਸਿਟੀ ਕੀ ਹੋ ਰਹੀ ਆ? ਇੰਕਰੀਜ਼ ਹੋ ਰਹੀ ਆ। ਹੁਣ ਜਦੋਂ ਮੇਰੀ ਵੈਲੋਸਿਟੀ ਇੰਕਰੀਜ਼ ਹੋਊਗੀ ਉਦੋਂ ਕੀ ਹੋਊਗਾ? ਉਦੋਂ ਇੱਕ ਫਿਨੋਮੀਨਾ ਮੇਰਾ ਅਰਾਈਜ਼ ਹੋਊਗਾ ਵਿਚ ਇਜ਼ ਨੋਨ ਐਜ਼ ਦੀ ਵਿਸਕੋਸਿਟੀ। ਕਿਸ ਤਰ੍ਹਾਂ? ਉੱਪਰ ਵਾਲੀ ਲੇਅਰ ਦੀ ਵੈਲੋਸਿਟੀ ਜਿਹੜੀ ਆ ਬॉयਜ਼ ਉਹ ਜ਼ਿਆਦੀ ਆ, ਥੱਲੇ ਵਾਲੀ ਲੇਅਰ ਦੀ ਵੈਲੋਸਿਟੀ ਕੀ ਆ ਮੇਰੀ? ਘੱਟ ਆ। ਹੁਣ ਡਿਫਰੈਂਸ ਇਨ ਵੈਲੋਸਿਟੀ ਆ ਗਿਆ। there is a phenomena of relative velocity in between the two layers। ਦੋ ਲੇਅਰਸ ਦੇ ਵਿੱਚ ਇੱਕ ਰਿਲੇਟਿਵ ਵੈਲੋਸਿਟੀ ਦਾ ਇੱਕ ਫਿਨੋਮੀਨਾ ਆ ਗਿਆ। ਨਾਓ ਬਿਕੋਜ਼ ਆਫ ਦੀ ਡਿਫਰੈਂਸ ਇਨ ਦੀ ਵੈਲੋਸਿਟੀਜ਼, ਉੱਪਰ ਵਾਲੀ ਜਿਹੜੀ ਲੇਅਰ ਆ ਉਹਦੀ ਵੈਲੋਸਿਟੀ ਜ਼ਿਆਦੀ ਆ, ਥੱਲੇ ਵਾਲੀ ਲੇਅਰ ਦੀ ਵੈਲੋਸਿਟੀ ਕੀ ਆ? ਘੱਟ ਆ। ਉੱਪਰ ਵਾਲੀ ਲੇਅਰ ਕਹਿੰਦੀ ਆ ਕਿ ਮੈਂ ਤੇਜ਼ ਜਾਣਾ, ਥੱਲੇ ਵਾਲੀ ਲੇਅਰ ਕਹਿੰਦੀ ਆ ਕਿ ਮੈਂ ਹੌਲੀ ਜਾਣਾ। ਹੁੰਦਾ ਕੀ ਆ ਬॉयਜ਼, ਇਹਦੇ ਵਿੱਚ ਕੀ ਹੁੰਦਾ ਵਾ? ਤੁਹਾਡਾ ਮੋਸ਼ਨ ਟਰਾਂਸਫਰ ਹੋ ਜਾਂਦਾ ਯਾਰ। ਮੋਸ਼ਨ ਟਰਾਂਸਫਰ ਮੀਨਸ ਕਿ ਉੱਪਰ ਵਾਲੀ ਲੇਅਰ ਜਿਹੜੀ ਆ ਉਹ ਥੱਲੇ ਵਾਲੀ ਲੇਅਰ ਨੂੰ
ਉਹਦੀ ਵੈਲੋਸਿਟੀ ਜਿਹੜੀ ਆ ਇੰਕਰੀਜ਼ ਕਰਨ ਦੀ ਕੋਸ਼ਿਸ਼ ਕਰਦੀ ਆ, ਤੇ ਜਿਹੜੀ ਥੱਲੇ ਵਾਲੀ ਲੇਅਰ ਆ ਉਹ ਉੱਪਰ ਵਾਲੀ ਲੇਅਰ ਦੀ ਵੈਲੋਸਿਟੀ ਨੂੰ ਕੀ ਕਰਨ ਦੀ ਕੋਸ਼ਿਸ਼ ਕਰਦੀ ਆ, ਡਿਕਰੀਜ਼ ਕਰਨ ਦੀ ਕੋਸ਼ਿਸ਼ ਕਰਦੀ ਆ। ਹੁਣ ਇਸ ਸਿਚੁਏਸ਼ਨ ਦੇ ਵਿੱਚ ਕੀ ਹੁੰਦਾ ਕਿ ਡਿਫਰੈਂਸ ਇਨ ਵੈਲੋਸਿਟੀ ਆ ਜਾਂਦਾ। ਉਹ ਜਦੋਂ ਡਿਫਰੈਂਸ ਇਨ ਵੈਲੋਸਿਟੀ ਆਊਗਾ ਤੁਹਾਡੀ ਸ਼ੇਅਰ ਸਟ੍ਰੈਸ ਇੰਡਿਊਸ ਹੋਊਗੀ। ਉਹ ਸ਼ੇਅਰ ਸਟ੍ਰੈਸ ਕਿੰਨੀ ਆ ਮੇਰੀ, ਟਾਓ। ਦੈਟ ਸ਼ੇਅਰ ਸਟ੍ਰੈਸ ਇਜ਼ ਟਾਓ ਗਿਵਨ ਬਾਈ ਟਾਓ, ਰਾਈਟ। ਤੁਸੀਂ ਦੇਖ ਸਕਦੇ ਹੋ ਟਾਓ that is equal to force per unit area। ਇਹ ਅਰਾਈਜ਼ ਕਿਸ ਤਰ੍ਹਾਂ ਹੋਈ ਬॉयਜ਼, ਇਹ ਅਰਾਈਜ਼ ਇਸ ਤਰ੍ਹਾਂ ਹੋਈ ਕਿਉਂਕਿ ਜਿਹੜੇ ਮੇਰੇ ਦੋ ਲੇਅਰ ਸੀਗੇ ਉਹ ਡਿਫਰੈਂਟ ਵੈਲੋਸਿਟੀਜ਼ ਦੇ ਨਾਲ ਮੂਵ ਕਰ ਰਹੇ ਸੀਗੇ, ਤੇ ਜਦੋਂ ਉਹਨਾਂ ਦੋਵਾਂ ਵੈਲੋਸਿਟੀਜ਼ ਦਾ ਡਿਫਰੈਂਸ ਆਇਆ ਉਦੋਂ ਕੀ ਹੋਇਆ, ਉਦੋਂ ਸਾਡੇ ਕੋਲ ਸ਼ੇਅਰ ਸਟ੍ਰੈਸ ਇੰਡਿਊਸ ਹੋ ਗਈ। ਕਿਉਂ, ਕਿਉਂਕਿ ਉੱਪਰ ਵਾਲੀ ਲੇਅਰ ਕਹਿੰਦੀ ਸੀਗੀ ਕਿ ਮੈਂ ਤੇਜ਼ ਜਾਣਾ, ਨੀਚੇ ਵਾਲੀ ਲੇਅਰ ਕਹਿੰਦੀ ਸੀ ਕਿ ਮੈਂ ਹੌਲੀ ਜਾਣਾ। ਸੋ ਬਿਕੋਜ਼ ਆਫ ਦੈਟ ਇਹਨਾਂ ਦਾ ਇੱਕ ਰਿਲੇਟਿਵ ਵੈਲੋਸਿਟੀ ਦਾ ਫਿਨੋਮੀਨਾ ਆ ਗਿਆ। ਰਿਲੇਟਿਵ ਵੈਲੋਸਿਟੀ ਕਰਕੇ ਇੱਕ ਸ਼ੇਅਰ ਸਟ੍ਰੈਸ ਇੰਡਿਊਸ ਹੋ ਗਈ। ਉਹ ਸ਼ੇਅਰ ਸਟ੍ਰੈਸ ਜਿਹੜੀ ਆ ਉਹ ਕਿਹਦੇ ਬਰਾਬਰ ਸੀਗੀ, du by dy ਦੇ। ਹੁਣ du ਕੀ ਆ, du ਇਜ਼ ਦੀ ਡਿਫਰੈਂਸ ਇਨ ਬਿਟਵੀਨ ਦੀ ਵੈਲੋਸਿਟੀਜ਼। ਹੁਣ ਉੱਪਰ ਵਾਲੀ ਲੇਅਰ ਦੀ ਵੈਲੋਸਿਟੀ ਮੰਨ ਲਓ 20 ਮੀਟਰ ਪਰ ਸੈਕਿੰਡ ਆ, ਨੀਚੇ ਵਾਲੀ ਲੇਅਰ ਦੀ ਵੈਲੋਸਿਟੀ ਮੰਨ ਲਓ 18 ਮੀਟਰ ਪਰ ਸੈਕਿੰਡ ਆ। ਡਿਫਰੈਂਸ ਇਨ ਬਿਟਵੀਨ ਦੀ ਟੂ ਵੈਲੋਸਿਟੀਜ਼ ਕਿੰਨਾ ਆ ਗਿਆ, 2 ਮੀਟਰ ਪਰ ਸੈਕਿੰਡ। ਦੈਟ ਇਜ਼ ਦੀ ਵੈਲਿਊ ਆਫ du। du means ਕਿ ਡਿਫਰੈਂਸ ਇਨ ਦੀ ਵੈਲੋਸਿਟੀਜ਼ and dy is the distance। so shear stress ਜਿਹੜੀ ਆ ਉਹ directly proportional ਆ to the rate of the change of the velocity with respect to the distance dy। and ਜਦੋਂ ਤੁਸੀਂ proportionality sign ਨੂੰ ਹਟਾ ਦਿੰਦੇ ਹੋ, tau equal to ਕਿਹਦੇ ਆ ਜਾਂਦਾ, mu into du by dy। tau is the shear stress, mu is the tau is the shear stress, mu is the viscosity, or precisely ਜੇ ਮੈਂ ਕਹਿਣਾ ਹੋਵੇ this is known as the ਡਾਇਨਾਮਿਕ ਵਿਸਕੋਸਿਟੀ। ਵਿਸਕੋਸਿਟੀ ਬੱਚਿਓ ਦੋ ਟਾਈਪ ਦੀ ਹੁੰਦੀ ਆ, ਡਾਇਨਾਮਿਕ ਵਿਸਕੋਸਿਟੀ ਤੇ ਕਾਈਨੈਮੈਟਿਕ ਵਿਸਕੋਸਿਟੀ। ਡਾਇਨਾਮਿਕ ਵਿਸਕੋਸਿਟੀ ਜਦੋਂ ਉਦੋਂ ਪਲੇ ਵਿੱਚ ਆਉਂਦੀ ਆ ਜਦੋਂ ਮੇਰਾ ਫਲੂਇਡ ਕੀ ਹੋਵੇ, ਮੋਸ਼ਨ ਵਿੱਚ ਹੋਵੇ। ਮੈਂ ਦੱਸਿਆ ਸੀਗਾ ਪਿਛਲੇ ਲੈਕਚਰ ਦੇ ਵਿੱਚ ਕਿ ਜਿਹੜੇ ਮੇਰੇ ਕਾਈਨੈਮੈਟਿਕਸ ਨੇ ਉਹਦੇ ਵਿੱਚ ਆਪਾਂ ਮੋਸ਼ਨ ਲੈ ਕੇ ਚੱਲਦੇ ਆ ਬਟ ਆਪਾਂ ਫੋਰਸ ਨਹੀਂ ਲੈ ਕੇ ਚੱਲਦੇ। ਇਟ ਮੀਨਸ ਕਿ ਉਹ ਵਿਸਕੋਸਿਟੀ ਉਹਦੇ ਵਿੱਚ ਵੀ ਹੋਊਗੀ। ਦੈਟ ਵਿਸਕੋਸਿਟੀ ਇਜ਼ ਨੋਨ ਐਜ਼ ਦੀ ਕਾਈਨੈਮੈਟਿਕ ਵਿਸਕੋਸਿਟੀ। and tau is equal to mu into du by dy। this is known as the Newton's law। ਇਹਨੂੰ ਆਪਾਂ ਕਹਿੰਦੇ ਆ ਨਿਊਟਨ ਲਾਅ, ਠੀਕ ਹੈ ਜੀ। so this is of utmost importance ਕਿ shear stress ਜਿਹੜੀ ਆ ਇੰਡਿਊਸ ਹੁੰਦੀ ਆ in between the two layers of fluid, ਕਿਉਂਕਿ ਦੋਨੋਂ ਜਿਹੜੀਆਂ ਮੇਰੀਆਂ layers of fluid ਨੇ ਉਹ different velocity ਦੇ ਨਾਲ ਅੱਗੇ ਵਧ ਰਹੀਆਂ ਨੇ। ਹੁਣ because of the difference in the velocity ਸ਼ੇਅਰ ਸਟ੍ਰੈਸ ਇੰਡਿਊਸ ਹੋਊਗੀ। ਉਹ ਸ਼ੇਅਰ ਸਟ੍ਰੈਸ ਇੰਡਿਊਸ ਕਿੰਨੀ ਹੋਈ, ਟਾਓ। ਐਂਡ ਉਹਦਾ ਮੈਗਨੀਟਿਊਡ ਕੀ ਸੀਗਾ, ਉਹ ਬਰਾਬਰ ਸੀਗੀ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਰੇਟ ਆਫ ਚੇਂਜ ਆਫ ਵੈਲੋਸਿਟੀ ਵਿਦ ਰਿਸਪੈਕਟ ਟੂ ਦੀ ਡਿਸਟੈਂਸ, ਦੈਟ ਇਜ਼ du by dy। ਇਹਨੂੰ ਅਸੀਂ ਕਹਿੰਦੇ ਆ ਬॉयਜ਼ ਵੈਲੋਸਿਟੀ ਗ੍ਰੇਡੀਐਂਟ। ਇਹਨੂੰ ਅਸੀਂ ਕਹਿੰਦੇ ਆ ਵੈਲੋਸਿਟੀ ਗ੍ਰੇਡੀਐਂਟ। ਐਂਡ ਇਟ ਇਜ਼ ਆਲਸੋ ਨੋਨ ਐਜ਼ ਦੀ ਰੇਟ ਆਫ ਚੇਂਜ ਆਫ ਦੀ ਸ਼ੇਅਰ ਸਟ੍ਰੇਨ, the rate of change of the shear strain। and your formula tau is equal to mu into du by dy is known as the Newton law of motion। it is known as the Newton law of viscosity, right? so ਹੁਣ ਮੇਰੇ ਕੋਲ ਇੱਕ ਕੈਟਾਗਰੀ ਆਉਂਦੀ ਆ ਫਲੂਇਡਸ ਦੀ ਜਿਹੜੇ ਨਿਊਟਨ ਲਾਅ ਨੂੰ ਫੋਲੋ ਕਰਦੇ ਨੇ। ਕੁਝ ਮੇਰੀ ਕੈਟਾਗਰੀ ਆਉਂਦੀ ਆ ਮੇਰੀ ਫਲੂਇਡਸ ਦੀ ਜਿਹੜੇ ਨਿਊਟਨ ਲਾਅ ਨੂੰ ਫੋਲੋ ਨਹੀਂ ਕਰਦੇ। ਨਿਊਟਨ ਲਾਅ ਕਿਹੜਾ ਬॉयਜ਼, ਆ ਵਾਲਾ ਟਾਓ ਇਜ਼ ਇਕੁਅਲ ਟੂ ਮਿਊ ਇਨਟੂ du by dy। ਐਂਡ ਉਹ ਕਿਹੜੇ ਕਿਹੜੇ ਫਲੂਇਡਸ ਹੁੰਦੇ ਨੇ ਉਹ ਆਪਾਂ ਹੁਣੇ ਫਾਈਂਡ ਆਊਟ ਕਰਾਂਗੇ। ਓਕੇ ਬॉयਜ਼, ਸੋ ਆਪਾਂ ਗੱਲ ਕਰ ਰਹੇ ਸੀ ਟਾਈਪਸ ਆਫ ਫਲੂਇਡਸ ਦੀ। ਸੋ ਫਸਟ ਆਫ ਆਲ ਫਲੂਇਡ ਫਲੋ ਹੁੰਦਾ ਕੀ ਆ, ਸੋ ਇਟ ਇਜ਼ ਅ ਪਾਰਟ ਆਫ ਫਲੂਇਡ ਮਕੈਨਿਕਸ that deals with the fluid dynamics। that is fluid dynamics ਤੋਂ ਮਤਲਬ ਆ ਕਿ fluid in motion, as simple as that। ਸੋ ਜਿੰਨੀਆਂ ਵੀ ਮੇਰੀਆਂ ਗੈਸਿਸ ਨੇ, ਜਿੰਨੀਆਂ ਵੀ ਮੇਰੇ ਲਿਕੁਇਡਸ ਨੇ, ਇਹ ਸਾਰੇ ਫਲੋ ਕਰ ਸਕਦੇ ਨੇ। ਸੋ ਇਹਨਾਂ ਵਿੱਚ ਇੱਕ ਐਗਜ਼ਾਮਪਲ ਆਪਾਂ ਜੇ ਲੈ ਲਈਏ, ਜੇ ਤੁਸੀਂ ਇੱਕ ਸਿੰਪਲ ਤੁਸੀਂ ਮੱਗ ਚੋਂ ਤੁਸੀਂ ਪਾਣੀ ਲੈ ਰਹੇ ਹੋ ਐਂਡ ਤੁਸੀਂ ਵੇਖੋਗੇ ਕਿ ਜਿਹੜਾ ਮੇਰਾ ਮੋਸ਼ਨ ਆ, ਮੇਰਾ ਜਿਹੜਾ ਫਲੂਇਡ ਆ ਉਹ ਮੇਰਾ ਫਲੋ ਕਰ ਰਿਹਾ ਉਹ। So based upon your Newtonian law, based on the law of the Newton, that is the Newton law of the fluids, ਜਿਹੜੇ ਮੇਰੇ fluids ਨੇ ਉਹ ਅਸੀਂ divide ਕਰ ਸਕਦੇ ਹਾਂ into different categories।
ਦੀ ਫਰਸਟ ਕੈਟਾਗਰੀ ਇਜ਼ ਪਹਿਲੀ ਕੈਟਾਗਰੀ ਆ ਤੁਹਾਡੀ ਦੈਟ ਇਜ਼ ਦੀ ਆਈਡੀਅਲ ਫਲੂਇਡ, ਦੂਸਰਾ ਵਾ ਤੁਹਾਡਾ ਰੀਅਲ ਫਲੂਇਡ, ਤੀਸਰੇ ਆ ਤੁਹਾਡੇ ਨਟੋਨੀਅਨ ਫਲੂਇਡ, ਚੌਥੇ ਆ ਤੁਹਾਡੇ ਨॉन ਨਟੋਨੀਅਨ ਫਲੂਇਡ, ਫਿਫਥ ਇਜ਼ योर ਆਈਡੀਅਲ ਪਲਾਸਟਿਕ ਫਲੂਇਡ, sixth is your incompressible fluid and seventh is your compressible fluid. Ideal fluid ਕੀ ਆ guys? First off ਮੈਂ ਦੱਸਿਆ ਸੀਗਾ that tau is equal to mu into du by dy. Ideal fluid ਉਹ ਹੁੰਦੇ ਨੇ ਜਿਨ੍ਹਾਂ ਦੀ viscosity 0 ਹੁੰਦੀ ਆ. It means ਕਿ shear stress ਦਾ ਉਹਨਾਂ ਤੇ shear stress ਹੋਵੇ ਜਾਂ ਨਾ ਹੋਵੇ ਉਹਨਾਂ ਨੇ continuously ਉਹਨਾਂ ਨੇ flow ਕਰੀ ਜਾਣਾ. ਸਿੰਪਲੀ ਮੀਨਸ ਕਿ ਜਿਹੜੇ ਮੇਰੇ ਆਈਡਲ ਫਲੂਇਡ ਨੇ ਉਹਨਾਂ ਵਿੱਚ ਫ੍ਰਿਕਸ਼ਨ ਹੋ ਗਈ ਜਾਂ ਫਿਰ ਉਹਨਾਂ ਵਿੱਚ ਵਿਸਕੋਸਿਟੀ 0 ਹੁੰਦੀ ਆ, ਉਹਦੇ ਵਿੱਚ ਲਾਸਿਸ ਬਿਲਕੁਲ ਨਹੀਂ ਹੁੰਦੇ, ਉਹਦੇ ਫਲੋ ਦੇ ਵਿੱਚ ਲਾਸਿਸ ਕੀ ਹੁੰਦੇ ਨੇ ਮੇਰੇ ਨੈਗਲੀਜੀਬਲ। ਕਿਉਂਕਿ ਇਹ ਜਿਹੜਾ ਮੇਰਾ ਫਲੂਇਡ ਆ ਇਹ ਇਹੋ ਜਿਹਾ ਫਲੂਇਡ ਜਿਹਦੀ ਵਿਸਕੋਸਿਟੀ ਜਿਹੜੀ ਆ ਉਹ ਕਿੰਨੀ ਆ ਮੇਰੀ 0। ਤੁਸੀਂ ਫਾਰਮੂਲਾ ਪੜਿਆ ਹੋਗਾ ਟਾਊ ਇਜ਼ ਇਕੁਅਲ ਟੂ ਮਿਊ ਇਨਟੂ du by dy। ਜਦੋਂ ਵਿਸਕੋਸਿਟੀ ਤੁਹਾਡੀ 0 ਹੋ ਗਈ ਇਟ ਮੀਨਸ ਕਿ ਸ਼ੇਅਰ ਸਟ੍ਰੈਸ ਕਿੰਨੀ ਹੋ ਗਈ ਤੁਹਾਡੀ 0। ਇਟ ਸਿੰਪਲੀ ਮੀਨਸ ਕਿ ਇਨ ਕੇਸ ਆਫ ਦੀ ਆਈਡਲ ਫਲੂਇਡ ਭਾਵੇਂ ਤੁਸੀਂ ਕੋਈ ਸ਼ੇਅਰ ਸਟ੍ਰੈਸ ਲਗਾਈ ਆ ਭਾਵੇਂ ਸ਼ੇਅਰ ਸਟ੍ਰੈਸ ਨਹੀਂ ਲੱਗੀ, ਜਿਹੜਾ ਤੁਹਾਡਾ ਫਲੂਇਡ ਆ ਉਹ ਤੁਹਾਡਾ ਕੰਟੀਨਿਊਸਲੀ ਮੂਵ ਕਰੀ ਜਾਣਾ। ਸੋ ਇਹ ਜਿਹੜਾ ਫਲੂਇਡ ਆ ਇੱਕ ਇਮੇਜਿਨਰੀ ਕਾਈਂਡ ਆਫ ਫਲੂਇਡ ਆ ਕਿ ਇਹ ਐਗਜ਼ਿਸਟ ਨਹੀਂ ਕਰਦਾ ਰਿਐਲਿਟੀ ਦੇ ਵਿੱਚ। ਸੋ ਦੀ ਕਲੋਜ਼ੈਸਟ ਫਲੂਇਡ ਟੂ ਦੀ ਇਮੇਜਿਨਰੀ ਫਲੂਇਡ ਇਜ਼ ਵਾਟਰ। ਪਾਣੀ ਆ ਕਿ ਜਿਹੜਾ ਪ੍ਰੋਪਰਟੀਜ਼ ਜਿਹੜੀਆਂ ਨੇ ਰਿਜ਼ੈਂਬਲ ਕਰਦਾ ਥੋੜੀਆਂ, ਠੀਕ ਹੈ ਜੀ। ਸੋ ਐਸ ਫॉर ਦੀ ਰੀਅਲ ਫਲੂਇਡਸ ਆਪਾਂ ਇੱਕ ਲਾਅ ਕੀਤਾ ਸੀਗਾ ਅਗੇਨ ਨਿਊਟਨ ਲਾਅ, ਉਹ ਕੀ ਕਹਿੰਦਾ ਸੀਗਾ ਦੈਟ ਟਾਊ ਇਜ਼ ਇਕੁਅਲ ਟੂ ਮਿਊ ਇਨਟੂ du by dy। ਰੀਅਲ ਫਲੂਇਡ ਉਹ ਫਲੂਇਡ ਨੇ ਜਿਨ੍ਹਾਂ ਵਿੱਚ ਵਿਸਕੋਸਿਟੀ ਹੁੰਦੀ ਆ ਬਈ, ਜਿਨ੍ਹਾਂ ਦੀ ਮਿਊ ਦੀ ਵੈਲਿਊ ਦੈਟ ਇਜ਼ ਦੀ ਵੈਲਿਊ ਆਫ ਦੀ ਡਾਇਨਾਮਿਕ ਵਿਸਕੋਸਿਟੀ ਕੋਈ ਨਾ ਕੋਈ ਹੋਵੇ। ਐਂਡ ਜਿੰਨੇ ਵੀ ਮੇਰੇ ਫਲੂਇਡ ਐਗਜ਼ਿਸਟ ਕਰਦੇ ਨੇ ਸਾਡੇ ਅਰਥ ਤੇ ਜਾਂ ਫਿਰ ਨੇਚਰ ਤੇ ਉਹ ਸਾਰੇ ਕੀ ਨੇ ਮੇਰੇ ਰੀਅਲ ਫਲੂਇਡਸ ਨੇ। ਈਵਨ ਬॉयਜ਼ ਤੁਸੀਂ ਐਗਜ਼ਾਮਪਲ ਲਓਗੇ ਕਿ ਆਪਾਂ ਸਾਰੇ ਆਪਾਂ ਸਬਮਰਜ ਹੋਏ ਪਏ ਆ ਇਨ ਬਿਟਵੀਨ ਦੀ ਫਲੂਇਡ, ਐਂਡ ਉਹ ਫਲੂਇਡ ਕਿਹੜਾ ਵਾ ਦੈਟ ਫਲੂਇਡ ਇਜ਼ ਦੀ ਵਾਟਰ, ਦੈਟ ਫਲੂਇਡ ਇਜ਼ ਦੀ 에ਅਰ। ਆਪਾਂ ਸਾਰੇ ਹਵਾ ਦੇ ਵਿੱਚ ਆਪਾਂ ਸਬਮਰਜ ਹੋਏ ਪਏ ਆ ਐਂਡ ਉਹੀ 에ਅਰ ਜਿਹੜੀ ਆ ਫਲੋ ਕਰਦੀ ਆ, ਉਹੀ 에ਅਰ ਜਿਹੜੀ ਆ ਉਹ ਫਲੋ ਕਰਦੀ ਆ ਬਿਕੋਜ਼ ਆਫ ਦੀ ਡਿਫਰੈਂਸ ਇਨ ਦੀ ਪ੍ਰੈਸ਼ਰ, ਠੀਕ ਹੈ ਜੀ। ਦੈਟ ਇਜ਼ ਨੋਨ ਐਜ਼ ਦੀ ਫਲੂਇਡ ਫਲੋ। ਐਂਡ ਤੀਸਰੇ ਤੁਹਾਡੇ ਹੁੰਦੇ ਨੇ ਨਟੋਨੀਅਨ ਫਲੂਇਡ। ਆਪਾਂ ਲਾਅ ਕੀਤਾ ਸੀਗਾ ਟਾਊ ਇਜ਼ ਇਕੁਅਲ ਟੂ ਮਿਊ ਇਨਟੂ du by dy। ਜਿਹੜੇ ਤੇ ਉਸ ਲਾਅ ਨੂੰ ਫੋਲੋ ਕਰਨ ਉਹਨਾਂ ਨੂੰ ਆਪਾਂ ਕਹਿੰਦੇ ਆ ਜੀ ਨਟੋਨੀਅਨ ਫਲੂਇਡ, ਤੇ ਜਿਹੜੇ ਉਸ ਲਾਅ ਨੂੰ ਫੋਲੋ ਨਾ ਕਰਨ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਜੀ ਨॉन ਨਟੋਨੀਅਨ ਫਲੂਇਡ। ਸੋ ਨॉन ਨਟੋਨੀਅਨ ਫਲੂਇਡ ਜਿਹੜੇ ਨੇ ਉਹ ਅਕੋਰਡਿੰਗ ਟੂ ਦੀ ਨਿਊਟਨ ਲਾਅ ਆਫ ਫਲੂਇਡਸ ਦੇ ਅਕੋਰਡਿੰਗ ਉਹ ਨਹੀਂ ਚੱਲਦੇ, ਉਹਨਾਂ ਦਾ ਆਪਣਾ ਕੋਈ ਲਾਅ ਜਿਹੜਾ ਗਵਰਨ ਕਰਦੇ ਆ ਉਹ, ਤੇ ਉਹਦੇ ਅਕੋਰਡਿੰਗ ਚੱਲਦੇ ਨੇ ਉਹ। ਸੋ ਆਈਡਲ ਪਲਾਸਟਿਕ ਫਲੂਇਡ। ਸੋ ਇਹ ਇਹੋ ਜਿਹੀ ਕਿ ਜਦੋਂ ਸ਼ੇਅਰ ਸਟ੍ਰੈਸ ਪ੍ਰਪੋਰਸ਼ਨਲ ਹੋਵੇ ਤੁਹਾਡੇ ਵੈਲੋਸਿਟੀ ਗ੍ਰੇਡੀਐਂਟ ਦੇ ਐਂਡ ਸ਼ੇਅਰ ਸਟ੍ਰੈਸ ਮੋਰ ਦੈਨ ਯੀਲਡ ਵੈਲਿਊ ਹੋਵੇ। ਸਿੰਪਲ ਗਾਈਜ਼ ਕਿ ਜਦੋਂ ਤੁਸੀਂ ਗੱਲ ਕਰਦੇ ਸੀ ਰੀਅਲ ਫਲੂਇਡ ਦੀ, ਰੀਅਲ ਫਲੂਇਡ ਜਿਹੜਾ ਵਾ ਥੋੜੀ ਜੀ ਕੀ ਕਹਿੰਦੇ ਆ ਸ਼ੇਅਰ ਸਟ੍ਰੈਸ ਦੇ ਨਾਲ ਵੀ ਉਹ ਕੀ ਕਹਿੰਦੇ ਆ ਮੂਵ ਕਰਨਾ ਸ਼ੁਰੂ ਕਰ ਦਿੰਦਾ ਉਹ। ਬਟ ਤੁਹਾਡੇ ਜਿਹੜੇ ਆਈਡਲ ਪਲਾਸਟਿਕ ਫਲੂਇਡਸ ਨੇ ਉਹ ਤੁਸੀਂ ਭਾਵੇਂ ਜਿੰਨੀ ਮਰਜ਼ੀ ਸ਼ੇਅਰ ਸਟ੍ਰੈਸ ਲਗਾ ਦਿਓ ਉਹ ਮੂਵ ਨਹੀਂ ਕਰਨਗੇ ਅਨਲੈਸ ਉਹਨਾਂ ਦਾ ਇੱਕ ਪੁਆਇੰਟ ਆ ਜਾਵੇ ਜਿਹਨੂੰ ਅਸੀਂ ਯੀਲਡ ਵੈਲਿਊ ਕਹਿੰਦੇ ਆ। ਯੀਲਡ ਵੈਲਿਊ ਮੀਨਸ ਕਿ ਇੱਕ ਇਹੋ ਜਿਹਾ ਪੁਆਇੰਟ ਜਦੋਂ ਉਹ ਐਕਚੁਅਲ ਵਿੱਚ ਫਲੋ ਕਰਨਾ ਸ਼ੁਰੂ ਕਰਦੇ ਉਹਨਾਂ ਨੂੰ ਆਪਾਂ ਕਹਿੰਦੇ ਆ ਜੀ ਆਈਡੀਅਲ ਪਲਾਸਟਿਕ ਫਲੂਇਡ, ਠੀਕ ਆ ਜੀ। ਐਂਡ ਨੈਕਸਟ ਇਜ਼ ਯੋਰ ਇਨਕੰਪਰੈਸਿਬਲ ਫਲੂਇਡ। ਇਨਕੰਪਰੈਸਿਬਿਲਿਟੀ ਦਾ ਸਿੰਪਲ ਮੀਨਸ ਆ ਕੰਪਰੈਸਿਬਿਲਿਟੀ ਮੀਨਸ ਬॉयਜ਼ ਕਿ ਇੱਕ ਇਹੋ ਜਿਹੇ ਫਲੂਇਡਸ ਜਿਨ੍ਹਾਂ ਦਾ ਵੋਲਿਊਮ ਜਾਂ ਜਿਨ੍ਹਾਂ ਦੀ ਡੈਂਸਿਟੀ ਉਹ ਚੇਂਜ ਹੋ ਜਾਵੇ। ਆਪਾਂ ਵੋਲਿਊਮ ਬਾਰੇ ਆਪਾਂ ਡੈਂਸਿਟੀ ਬਾਰੇ ਆਪਾਂ ਪ੍ਰੋਪਰਲੀ ਸਾਰਾ ਡਿਸਕਸ ਕਰਾਂਗੇ ਬਟ ਅਗਲੇ ਲੈਕਚਰ ਦੇ ਵਿੱਚ। ਸੋ ਇਨਕੰਪਰੈਸਿਬਲ ਮੀਨਸ ਕਿ ਜਿਨ੍ਹਾਂ ਦੀ ਡੈਂਸਿਟੀ ਜਿਹੜੀ ਆ ਉਹ ਚੇਂਜ ਨਾ ਹੋਵੇ, ਕੰਪਰੈਸਿਬਲ ਮੀਨਸ ਜਿਨ੍ਹਾਂ ਦੀ ਡੈਂਸਿਟੀ ਜਿਹੜੀ ਆ ਉਹ ਚੇਂਜ ਹੋ ਜਾਵੇ। ਸੋ ਓਕੇ ਬॉयਜ਼, ਜਿਹੜੇ ਫਲੂਇਡਸ ਨੇ ਉਹ ਸਾਡੇ ਲਿਮਿਟਿਡ ਨਹੀਂ ਹੈਗੇ ਇਕੱਲੇ ਵਾਟਰ ਤੇ 에ਅਰ ਤੇ। ਫਲੂਇਡ ਸਾਡੇ ਵੱਖਰੇ ਟਾਈਪ ਦੇ ਹੁੰਦੇ ਨੇ, ਆਈਡੀਅਲ ਫਲੂਇਡ, ਰੀਅਲ ਫਲੂਇਡ, ਨਟੋਨੀਅਨ, ਨॉन ਨਟੋਨੀਅਨ, ਆਈਡੀਅਲ ਪਲਾਸਟਿਕ ਫਲੂਇਡ, ਇਨਕੰਪਰੈਸਿਬਲ ਫਲੂਇਡ ਤੇ ਕੰਪਰੈਸਿਬਲ ਫਲੂਇਡ। ਹੁਣ ਗੱਲ ਆਉਂਦੀ ਸੀਗੀ ਕਿ ਆਪਾਂ ਡੈਂਸਿਟੀ ਦੀ ਤੇ ਜਾਂ ਫਿਰ ਕੀ ਕਹਿੰਦੇ ਆ ਹੋਰ ਹਾਈਡਰੋਡਾਇਨਾਮਿਕ ਪ੍ਰੋਪਰਟੀਜ਼ ਦੀ, ਉਹ ਜਿਹੜੀਆਂ ਚੀਜ਼ਾਂ ਨੇ ਬॉयਜ਼ ਆਪਾਂ ਅਗਲੀ ਵਾਰੀ ਡਿਸਕਸ ਕਰਾਂਗੇ। ਹਾਊਐਵਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੇਰਾ ਆਈਡੀਅਲ ਫਲੂਇਡ ਆ ਉਹਦੀ ਡੈਂਸਿਟੀ ਕਦੀ ਵੀ ਚੇਂਜ ਨਹੀਂ ਹੁੰਦੀ, ਜਿਹੜਾ ਮੇਰਾ ਰੀਅਲ ਫਲੂਇਡ ਆ ਉਹਦੀ ਜਿਹੜੀ ਡੈਂਸਿਟੀ ਆ ਉਹ ਹਮੇਸ਼ਾ ਚੇਂਜ ਹੁੰਦੀ ਆ। ਨਟੋਨੀਅਨ ਫਲੂਇਡ ਜਿਹੜੇ ਨੇ ਤੁਹਾਡੇ ਉਹਨਾਂ ਦੀ ਡੈਂਸਿਟੀ ਜਿਹੜੀ ਆ ਉਹ ਸੇਮ ਵੀ ਰਹਿ ਸਕਦੀ ਆ ਤੇ ਉਹ ਚੇਂਜ ਵੀ ਹੋ ਸਕਦੀ ਆ।
ਜਿਹੜੇ ਨॉन ਨਿਊਟੋਨੀਅਨ ਫਲੂਇਡਸ ਨੇ ਬॉयਜ਼ ਉਹਨਾਂ ਦੀ ਜਿਹੜੀ ਡੈਂਸਿਟੀ ਆ ਉਹ ਚੇਂਜ ਵੀ ਹੋ ਸਕਦੀ ਆ ਤੇ ਉਹ ਸੇਮ ਵੀ ਰਹਿ ਸਕਦੀ ਆ, ਪਰ ਜਿਹੜੇ ਇਨਕੰਪਰੈਸੀਬਲ ਨੇ ਇਟ ਮੀਨਸ ਕਿ ਜਿਹੜੀ ਡੈਂਸਿਟੀ ਆ ਉਹਨਾਂ ਦੀ ਉਹ ਕੀ ਰਹਿੰਦੀ ਆ, ਸੇਮ। ਡੈਂਸਿਟੀ ਕੀ ਆ ਬॉयਜ਼, that is the mass per unit volume, that is the mass per unit volume is known as density। density ਇੱਕ ਪ੍ਰੋਪਰਟੀ ਆ, ਡੈਂਸਿਟੀ ਨੂੰ ਆਪਾਂ ਡਿਨੋਟ ਕਰਦੇ ਆ ਵਿਦ ਰੋ, ਉਹ ਆਪਾਂ ਅੱਗੇ ਡਿਸਕਸ ਕਰਾਂਗੇ। ਐਂਡ ਮਾਸ ਇਜ਼ ਕੀ, ਮਾਸ ਆਫ ਦੀ ਐਲੀਮੈਂਟ, ਐਂਡ ਜਿੰਨਾ ਉਹਦਾ, ਜਦੋਂ ਤੁਸੀਂ ਕਿਸੇ ਵੀ ਚੀਜ਼ ਦੇ ਮਾਸ ਨੂੰ ਉਹਦੇ ਵੋਲਿਊਮ ਨਾਲ ਡਿਵਾਈਡ ਕਰ ਦੋਗੇ ਤੁਹਾਨੂੰ ਕੀ ਮਿਲੂਗੀ, ਉਹਦੀ ਡੈਂਸਿਟੀ। ਓਕੇ ਬॉयਜ਼, ਸੋ ਇੱਕ ਹੋਰ ਚੀਜ਼ ਜਿਹੜੀ ਜ਼ਰੂਰੀ ਆ ਕਿ ਆਪਾਂ ਇਹਨਾਂ ਨੂੰ ਗ੍ਰਾਫਿਕਲੀ ਕਿਵੇਂ ਰਿਪਰੈਜ਼ੈਂਟ ਕਰਦੇ ਆ। So this graph on your y-axis we have tau, and on our x-axis we have a velocity gradient, that is du by dy। shear stress ਨੂੰ ਅਸੀਂ denote ਕਰਦੇ ਹਾਂ tau ਦੇ ਨਾਲ, which is on the y-axis, and velocity gradient ਨੂੰ, that is the rate of change of the velocity with respect to the distance, ਉਹਨੂੰ ਆਪਾਂ describe ਕੀਤਾ ਹੋਇਆ on the y-axis। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਮੇਰੇ ਨਿਊਟੋਨੀਅਨ ਫਲੂਇਡਸ ਨੇ they are red in color। ਨਿਊਟੋਨੀਅਨ ਫਲੂਇਡਸ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹਨਾਂ ਦੀ ਵੇਰੀਏਸ਼ਨ ਆ ਉਹ ਕੰਟੀਨਿਊਸਲੀ ਇੱਕ ਸਟ੍ਰੇਟ ਲਾਈਨ ਦੇ ਵਿੱਚ ਆ ਰਹੀ ਆ ਉਹ, ਐਂਡ ਜਿਹੜੀ ਮੇਰੀ ਲਾਈਨ ਦੀ ਸਲੋਪ ਹੋਊਗੀ ਉਹ ਤੁਹਾਨੂੰ ਕੀ ਦਊਗੀ, that will give you the value of the viscosity। ਹੁਣ ਨਿਊਟੋਨੀਅਨ ਫਲੂਇਡਸ ਕੀ ਹੁੰਦੇ ਨੇ ਗਾਇਸ ਕਿ ਟਾਊ ਇਜ਼ ਇਕੁਅਲ ਟੂ ਮਿਊ, ਟਾਊ ਇਜ਼ ਇਕੁਅਲ ਟੂ, ਓਕੇ ਮੈਂ ਲਿਖ ਦਿੰਦਾ ਇੱਥੇ, ਓਕੇ ਬॉयਜ਼, ਜੇ ਤੁਸੀਂ ਨਿਊਟਨ ਲਾਅ ਨੂੰ ਦੇਖੋਗੇ that is equal to tau is equal to that is shear stress is equal to mu into du by dy। ਜਿਹੜੇ ਨਿਊਟੋਨੀਅਨ ਫਲੂਇਡਸ ਨੇ ਉਹਨਾਂ ਵਿੱਚ ਜਿਹੜੀ ਵੇਰੀਏਸ਼ਨ ਆ ਮੇਰੀ, ਉਹ ਨਿਊਟੋਨੀਅਨ ਫਲੂਇਡਸ ਦੀ ਸਟ੍ਰੇਟ ਲਾਈਨ ਹੁੰਦੀ ਆ, ਉਹ ਕਿ ਜਿੱਦਾਂ ਤੁਹਾਡੀ shear stress ਇੰਕਰੀਜ਼ ਹੁੰਦੀ ਜਾਊਗੀ ਉਦਾਂ ਤੁਹਾਡਾ ਜਿਹੜਾ velocity gradient ਆ ਉਹ ਵੀ ਤੁਹਾਡਾ ਇੰਕਰੀਜ਼ ਹੋਈ ਜਾਊਗਾ। ਇਹ ਜਿਹੜੇ ਮੇਰੇ ਫਲੂਇਡਸ ਨੇ they are known as the ਨਿਊਟੋਨੀਅਨ ਫਲੂਇਡਸ। ਤੁਸੀਂ ਥੱਲੇ ਦੇਖ ਸਕਦੇ ਹੋ ਆਈਡਲ ਫਲੂਇਡ। ਆਈਡਲ ਫਲੂਇਡ ਇੱਕ ਇਹੋ ਜਿਹਾ ਫਲੂਇਡ ਆ ਜਿਹਦੀ ਵਿਸਕੋਸਿਟੀ ਕਿੰਨੀ ਆ ਮੇਰੀ, 0। that is ਜਿਹੜਾ value in this formula, value of mu, that is the dynamic viscosity, ਉਹ ਕਿੰਨੀ ਆ ਮੇਰੀ, 0। irrespective ਕਿ ਤੁਸੀਂ shear stress ਲਗਾਓ ਭਾਵੇਂ ਨਾ ਲਗਾਓ, ਇਹ ਕੰਟੀਨਿਊਸਲੀ ਫਲੋ ਹੋਈ ਜਾਊਗਾ। ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ they are the ideal solids। ideal solid means ਕਿ ਤੁਸੀਂ ਜਿੰਨੀ ਮਰਜ਼ੀ shear stress ਲਗਾ ਲਓ ਇਹਨਾਂ ਨੇ ਫਲੋ ਨਹੀਂ ਹੋਣਾ। ਤੇ ਤੁਸੀਂ ਦੇਖੋਗੇ ਆਈਡਲ ਪਲਾਸਟਿਕ ਫਲੂਇਡ, ਇਹ ਕੀ ਨੇ ਕਿ ਜਦੋਂ ਤੁਸੀਂ shear stress ਦੀ ਵੈਲਿਊ ਥੋੜੀ ਲਗਾਈ ਉਦੋਂ ਇਹ ਮੂਵ ਨਹੀਂ ਕੀਤੇ, ਪਰ ਜਦੋਂ ਜਿਵੇਂ ਤੁਸੀਂ shear stress ਦੀ ਵੈਲਿਊ ਇੰਕਰੀਜ਼ ਕਰਦੇ ਗਏ ਇੱਕ ਪੁਆਇੰਟ ਆ ਗਿਆ, ਉਸ ਪੁਆਇੰਟ ਨੂੰ ਕੀ ਕਹਿੰਦੇ ਆਪਾਂ, ਯੀਲਡ ਵੈਲਿਊ। ਉਹ ਜਿਹੜੀ ਯੀਲਡ ਵੈਲਿਊ ਆ ਉਹਨੇ ਕੀ ਕੀਤਾ, ਉਹਨੇ ਆਈਡਲ ਪਲਾਸਟਿਕ ਫਲੂਇਡ ਉਹ ਤੁਹਾਡੇ ਜਿਹੜੇ ਆ ਉਹ ਮੂਵ ਕਰਨੇ ਸ਼ੁਰੂ ਕਰ ਦਿੱਤੇ। ਸੋ ਦੇ ਆਰ ਨੋਨ ਐਜ਼ ਦੀ ਆਈਡਲ ਸੋਲਿਡਸ, ਆਈਡਲ ਪਲਾਸਟਿਕ ਫਲੂਇਡ, ਆਈਡਲ ਫਲੂਇਡ ਐਂਡ ਨਿਊਟੋਨੀਅਨ ਫਲੂਇਡਸ। ਐਜ਼ ਫॉर ਦੀ ਨॉन ਨਿਊਟੋਨੀਅਨ ਫਲੂਇਡ, ਇਹ ਤੁਹਾਡੇ ਦੋ ਟਾਈਪ ਦੇ ਹੁੰਦੇ ਨੇ ਬॉयਜ਼। ਇੱਕ ਹੁੰਦੇ ਨੇ ਤੁਹਾਡੇ ਡਾਇਲੇਟੈਂਟ, ਇੱਕ ਹੁੰਦੇ ਨੇ ਤੁਹਾਡੇ ਸੂਡੋਪਲਾਸਟਿਕਸ। ਇੱਕ ਹੁੰਦੇ ਆ ਤੁਹਾਡੇ ਸ਼ੇਅਰ ਥਿਕਨਿੰਗ, ਇੱਕ ਹੁੰਦੇ ਆ ਸ਼ੇਅਰ ਥਿਨਿੰਗ। ਫੋਰ ਐਗਜ਼ਾਮਪਲ ਤੁਸੀਂ ਆਪਾਂ ਲੈਨੇ ਆ ਮਿਕਸਚਰ ਆਫ ਵੀਟ ਫਲੋਰ ਐਂਡ ਵਾਟਰ। ਤੁਸੀਂ ਪਾਣੀ ਦੀ ਤੇ ਆਟੇ ਨੂੰ ਤੁਸੀਂ ਮਿਕਸ ਕਰਦੇ ਹੋ, ਕੰਟੀਨਿਊਸਲੀ ਤੁਸੀਂ ਗੁੰਨੀ ਜਾਓ, ਉਹਨਾਂ ਨੂੰ ਨੀਡ ਕਰੀ ਜਾਓ। ਹੋਊਗਾ ਕੀ ਕਿ ਤੁਸੀਂ ਜਦੋਂ ਨੀਡ ਕਰਦੇ ਹੋ, ਜਦੋਂ ਤੁਸੀਂ ਗੁੰਨਦੇ ਹੋ ਕਿਸੇ ਵੀ ਚੀਜ਼ ਨੂੰ, ਤੁਸੀਂ ਸ਼ੇਅਰ ਸਟ੍ਰੈਸ ਜਿਹੜੀ ਆ ਉਹ ਇੰਕਰੀਜ਼ ਕਰ ਰਹੇ ਹੋ। ਜਿਵੇਂ ਤੁਸੀਂ ਸ਼ੇਅਰ ਸਟ੍ਰੈਸ ਲਗਾਈ ਜਾਓਗੇ, ਜਿਹੜਾ ਤੁਹਾਡਾ ਫਲੂਇਡ ਆ ਉਹ ਤੁਹਾਡਾ ਜਿਹੜਾ ਵਾ ਉਹ ਆਟੇ ਵਿੱਚ ਇੱਕ ਸੋਲਿਡ ਫਾਰਮ, ਇੱਕ ਜੈਲ ਟਾਈਪ ਆਫ ਫਾਰਮ ਲੈ ਲੂਗਾ ਕਿ ਜਿਹਨੂੰ ਤੁਸੀਂ ਕੀ ਕਹਿੰਦੇ ਆ ਉਂਗਲ ਦੇ ਨਾਲ ਸਟਰਾਈਕ ਕਰ ਸਕਦੇ ਹੋ, ਬਟ ਤੁਹਾਨੂੰ ਉਹ ਐਜ਼ ਏ ਸੋਲਿਡ ਲੱਗੂਗਾ। ਇਹੋ ਜਿਹੇ ਫਲੂਇਡ ਜਿਹਦੀ ਸ਼ੇਅਰ ਸਟ੍ਰੈਸ ਦੇ ਨਾਲ ਜਿਨ੍ਹਾਂ ਦੀ ਵਿਸਕੋਸਿਟੀ ਜਿਹੜੀ ਆ ਉਹ ਇੰਕਰੀਜ਼ ਹੋ ਜਾਏ, ਉਹਨਾਂ ਨੂੰ ਆਪਾਂ ਕਹਿੰਦੇ ਆ ਜੀ ਨॉन ਨਿਊਟੋਨੀਅਨ ਫਲੂਇਡ। ਜਾਂ ਤੇ ਉਹਨਾਂ ਦੀ ਵਿਸਕੋਸਿਟੀ ਇੰਕਰੀਜ਼ ਹੋ ਜਾਊਗੀ ਜਾਂ ਵਿਸਕੋਸਿਟੀ ਉਹਨਾਂ ਦੀ ਕੀ ਹੋਊਗੀ, ਡਿਕਰੀਜ਼ ਹੋ ਜਾਊਗੀ। ਤੁਸੀਂ ਐਗਜ਼ਾਮਪਲ ਲਓ ਪੇਂਟ ਦੀ, ਤੁਸੀਂ ਫਰੈਸ਼ ਬਾਲਟੀ ਆਫ ਪੇਂਟ ਜਿਹੜੀ ਆ ਤੁਸੀਂ ਉੱਥੇ ਰੱਖੀ ਆ ਐਂਡ ਤੁਸੀਂ ਕੰਟੀਨਿਊਸਲੀ ਉਹਨੂੰ ਚਰਨ ਕਰੀ ਜਾ ਰਹੇ ਹੋ। ਚਰਨ ਮੀਨਸ ਕਿ ਤੁਸੀਂ ਕੰਟੀਨਿਊਸਲੀ ਉਹਦੇ ਵਿੱਚ ਕੋਈ ਸਪੈਚੂਲਾ ਪਾ ਕੇ ਤੁਸੀਂ ਉਹਨੂੰ ਹਿਲਾਈ ਜਾ ਰਹੇ ਹੋ। ਹੋਊਗਾ ਕਿ ਕੁਝ ਸਮੇਂ ਬਾਅਦ ਜਿਹੜਾ ਤੁਹਾਡਾ ਪੇਂਟ ਆ ਉਹ ਤੁਹਾਡਾ ਪਤਲਾ ਹੋਣਾ ਸ਼ੁਰੂ ਹੋ ਜਾਊਗਾ। ਇਟ ਮੀਨਸ ਕਿ ਜਿਹੜੀ ਉਹਦੀ ਵਿਸਕੋਸਿਟੀ ਆ ਉਹ ਮੇਰੀ ਡਿਕਰੀਜ਼ ਹੋਣੀ ਸ਼ੁਰੂ ਹੋ ਗਈ। ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਜੀ, ਦੇ ਆਰ ਆਲਸੋ ਨੋਨ ਐਜ਼ ਦੀ ਨॉन ਨਿਊਟੋਨੀਅਨ ਫਲੂਇਡ। ਉਹਨਾਂ ਨੂੰ ਆਪਾਂ ਕਹਿੰਦੇ ਆ ਜੀ ਡਾਇਲੇਟੈਂਟ, ਤੇ ਦੂਸਰੇ ਨੂੰ ਆਪਾਂ ਕਹਿੰਦੇ ਆ ਸੂਡੋ ਪਲਾਸਟਿਕ। ਇਹੋ ਜਿਹੇ ਫਲੂਇਡ ਜਿਹੜੇ ਸ਼ੇਅਰ ਸਟ੍ਰੈਸ ਦੇ ਨਾਲ ਜਿਨ੍ਹਾਂ ਦੀ ਜਿਹੜੀ ਸਟ੍ਰੈਸ ਦੇ ਨਾਲ ਵਿਸਕੋਸਿਟੀ ਜਿਹੜੀ ਆ ਇੰਕਰੀਜ਼ ਹੋ ਜਾਵੇ ਜਾਂ ਫਿਰ ਵਿਸਕੋਸਿਟੀ ਕੀ ਹੋ ਜਾਵੇ ਉਹਨਾਂ ਦੀ ਡਿਕਰੀਜ਼ ਹੋ ਜਾਵੇ। ਤੁਸੀਂ ਵਿਸਕੋਸਿਟੀ ਦਾ ਜੇ ਤੁਸੀਂ ਸਿੰਪਲ ਐਕਸਪੈਰੀਮੈਂਟ ਕਰਨਾ ਹੋਵੇ, ਤੁਸੀਂ ਐਗਜ਼ਾਮਪਲ ਲੈ ਸਕਦੇ ਹੋ ਪਾਣੀ ਦੀ ਤੇ ਸ਼ਹਿਦ ਦੀ।
ਤੁਸੀਂ ਸ਼ਹਿਦ ਨੂੰ ਇੱਕ ਪਲੇਟ ਤੇ ਡੋਲ ਕੇ ਵੇਖਿਓ ਤੇ ਤੁਸੀਂ ਆਪਣੇ ਇੱਕ ਪਾਣੀ ਨੂੰ ਉਨਾ ਹੀ ਅਮਾਉਂਟ ਆਫ ਵਾਟਰ ਨੂੰ ਤੁਸੀਂ ਆਪਣੀ ਪਲੇਟ ਤੇ ਡੋਲ ਕੇ ਵੇਖਿਓ, ਤੁਸੀਂ ਵੇਖੋਗੇ ਜਿਹੜਾ ਤੁਹਾਡਾ ਪਾਣੀ ਆ ਉਹ ਜ਼ਿਆਦਾ ਫੈਲੂਗਾ ਐਜ਼ ਕੰਪੇਅਰ ਟੂ ਯੋਰ ਹਨੀ, ਕਿਉਂਕਿ ਜਿਹੜਾ ਹਨੀ ਆ ਉਹ ਕੀ ਆ ਬॉयਜ਼, ਉਹ ਜ਼ਿਆਦਾ ਵਿਸਕਸ ਆ, ਐਂਡ ਜਿਹੜਾ ਵਾਟਰ ਆ ਤੁਹਾਡਾ ਉਹ ਕੀ ਆ ਤੁਹਾਡਾ ਘੱਟ ਵਿਸਕਸ ਆ। ਓਕੇ ਗਾਇਜ਼, ਥੈਂਕ ਯੂ।